Hello all and thanks for joining me in this video. So ਅੱਜ ਦੀ ਵੀਡੀਓ ਦੇ ਵਿੱਚ ਮੈਂ ਸੋਚਿਆ ਕਿ ਮੈਂ ਸ਼ੇਅਰ ਕਰਾਂ ਕਿ ਜੋ ਸਾਡਾ ਇਹ ਰੌਕ ਗਾਰਡਨ ਇੱਥੇ ਅਸੀਂ ਬਣਾਇਆ ਹੋਇਆ ਹੈ ਇਹ ਕਿੰਨੇ ਬਣਾਇਆ ਹੈ। ਸੋ ਇਸ ਗਾਰਡਨ ਦੇ ਪਿੱਛੇ ਰੀਅਲ ਜਿਹੜਾ ਹਾਰਡ ਵਰਕ ਹੈ ਉਹ ਕਿਸ ਪਰਸਨ ਦਾ ਹੈ। ਸੋ ਆਬਵੀਅਸਲੀ ਇਹ ਕਿਸੇ ਨੇ ਤੇ ਬਣਾਇਆ ਹੈ ਨਾ। ਸੋ ਅਸੀਂ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਤੁਹਾਡੇ ਨਾਲ ਕੁਝ ਅਨਨੋਨ ਸੀਕ੍ਰੇਟਸ ਕਿ ਇਹ ਕਿਸ ਤਰ੍ਹਾਂ ਗਾਰਡਨ ਇਹ ਬਣਿਆ ਹੈ। ਇਹ ਵੀ ਜਿਹੜਾ ਰੌਕ ਗਾਰਡਨ ਹੈ ਇਹ ਵੀ ਤੇ ਸਾਡਾ ਜਿਹੜਾ ਦੂਸਰਾ ਗਾਰਡਨ ਹੈ ਇਹ ਵੀ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਆ ਕਿੰਨੇ ਵੱਡੇ ਵੱਡੇ ਰੌਕਸ ਨੇ। ਸੋ ਕੁਛ ਵੱਡੇ ਨੇ ਕੁਛ ਛੋਟੇ ਨੇ, ਲਾਈਕ ਦਿਸ ਵਨ ਇਜ਼ ਪ੍ਰੀਟੀ ਬਿਗ। ਸੋ ਆ ਵੀ ਹੁਣ ਕਿੱਡਾ ਵੱਡਾ ਏ। ਇਸ ਤਰ੍ਹਾਂ ਕਰਕੇ ਆ ਸਾਰੇ ਹੀ ਜਿੰਨੇ ਵੀ ਇੱਥੇ ਰੌਕਸ ਨੇ ਨਾ, ਜਿਹੜੇ ਸਭ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਇੱਥੇ, ਇਹ ਸਭ ਮੇਰੇ ਫਾਦਰ ਇਨ ਲਾ ਦਾ ਹਾਰਡ ਵਰਕ ਹੈ। ਉਹਨਾਂ ਨੇ ਇਹ ਸਾਰੇ ਹੀ ਰੌਕਸ ਜਿਹੜੇ ਤੁਸੀਂ ਦੂਰ ਦੂਰ ਤੱਕ ਦੇਖ ਰਹੇ ਹੋ ਨਾ, ਇਹ ਸਾਰੇ ਹੀ ਰੌਕਸ ਜਿਹੜੇ ਉੱਪਰ ਲੱਗੇ ਹੋਏ ਹੈ, ਇਹ ਸਭ ਇਸ ਜ਼ਮੀਨ ਦੇ ਵਿੱਚੋਂ ਨਿਕਲੇ ਹੈ। ਅਤੇ ਇਹ ਸਾਰੇ ਜਿਹੜੇ ਵੱਡੇ ਵੱਡੇ ਰੌਕਸ ਆ ਉਹਨਾਂ ਨੇ ਆਪ ਇਸ ਜ਼ਮੀਨ ਦੇ ਵਿੱਚੋਂ ਕੱਢ ਕੇ ਅਤੇ ਫਿਰ ਉੱਥੇ ਹੀ ਰੱਖ ਦਿੱਤੇ ਹੈ ਜਿੱਥੋਂ ਉਹਨਾਂ ਨੇ ਜ਼ਮੀਨ 'ਚੋਂ ਕੱਢੇ ਹੈ। ਸੋ ਫੋਰ ਇੰਸਟੈਂਸ ਆਹ ਵਾਲਾ ਜਿਹੜਾ ਰੌਕ ਹੈ ਉਹਨਾਂ ਨੇ ਇਸ ਪਲੇਸ ਦੇ ਵਿੱਚੋਂ ਕੱਢਿਆ। ਸੋ ਆਬਵੀਅਸਲੀ ਇਹਨੂੰ ਚੱਕ ਨਹੀਂ ਸਕਦੇ ਸੀ, ਉਹ ਕੈਰੀ ਨਹੀਂ ਕਰ ਸਕਦੇ ਸੀ। ਸੋ ਉਹਨਾਂ ਨੇ ਇਹਨੂੰ ਇੱਥੇ ਹੀ ਗੱਡ ਦਿੱਤਾ। ਇਸੇ ਕਰਕੇ ਤੁਸੀਂ ਦੇਖੋਗੇ ਕੁਛ ਇੱਕ ਛੋਟੇ ਰੌਕਸ ਨੇ, ਕੁਛ ਵੱਡੇ ਨੇ। ਸੋ ਜਿੱਦਾਂ ਹੁਣ ਇਹ ਜਗ੍ਹਾ ਹੈ, ਜਦੋਂ ਇੱਥੋਂ ਰੌਕਸ ਕੱਢ ਰਹੇ ਸੀ ਅਤੇ ਉਹਨਾਂ ਨੇ ਉਹ ਰੌਕਸ ਉੱਥੇ ਹੀ ਲਗਾਤੇ। ਲਾਈਕ ਇਸ ਤਰ੍ਹਾਂ ਕਰਕੇ ਨਾ ਉਹਨਾਂ ਨੇ ਇੱਕ ਲਾਈਨਾਂ ਜਿਹੀਆਂ ਬਣਾਤੀਆਂ, ਕਿਤੇ ਕਿਤੇ ਉਹਨਾਂ ਨੇ ਸਟੈਪਸ ਬਣਾਤੇ, ਕਿਤੇ ਕਿਤੇ ਉਹਨਾਂ ਨੇ ਇਸ ਤਰ੍ਹਾਂ ਹੀ ਇੱਕ ਜਗ੍ਹਾ ਬਣਾਤੀ ਅਤੇ ਉਹਦੇ ਆਲੇ ਦੁਆਲੇ ਆ ਸਾਰੇ ਪਲੇਸ ਕਰ ਦਿੱਤੇ ਤਾਂ ਕਿ ਅਸੀਂ ਉਹਦੇ ਵਿੱਚ ਸਬਜ਼ੀਆਂ ਉਗਾ ਸਕੀਏ। ਸੋ ਅਸੀਂ ਇਸ ਜਗ੍ਹਾ 'ਤੇ ਹਮੇਸ਼ਾ ਲਾਈਕ ਗ੍ਰੀਨ ਚਿੱਲੀਜ਼ ਅਸੀਂ ਉਗਾਉਂਦੇ ਹਾਂ, ਲਾਈਕ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਨਾ ਉਹ ਅਸੀਂ ਬੀਜਦੇ ਹਾਂ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਇੱਕ ਕਿਆਰੀਆਂ ਜਿਹੀਆਂ ਬਣਾਤੀਆਂ, ਇੱਕ ਸੈਪਰੇਟਡ ਲਾਈਕ ਏਰੀਆਜ਼ ਬਣਾ ਦਿੱਤੇ ਇਹਨਾਂ ਰੌਕਸ ਦੇ ਨਾਲ ਕਵਰ ਕਰਕੇ। ਸੋ ਇਸ ਤਰ੍ਹਾਂ ਹੀ ਉਹ ਬਣਾਉਂਦੇ ਗਏ। ਸੋ ਇਹ ਜਿਹੜਾ ਉਹਨਾਂ ਨੇ ਸਾਰਾ ਕੰਮ ਕੀਤਾ ਇੱਕ ਦਿਨ ਦੇ ਵਿੱਚ ਨਹੀਂ ਕੀਤਾ, ਇਟ ਟੁਕ ਹਿਮ ਲਾਈਕ ਈਅਰਸ। ਸੋ ਅਸੀਂ ਇਹ ਘਰ ਲਿਆ ਸੀ ਆਲਮੋਸਟ 11 ਈਅਰਸ ਅਗੋ। ਸੋ 11 ਈਅਰਸ ਹੋ ਗਏ ਆ ਉਹਨਾਂ ਨੂੰ ਇਹ ਸਭ ਕਰਦਿਆਂ ਨੂੰ। ਸੋ ਇਹ ਉਹਨਾਂ ਨੇ ਕੁਛ ਸਾਲ ਪਹਿਲਾਂ ਹੀ ਸਭ ਫਿਨਿਸ਼ ਕੀਤਾ ਹੈ। ਸੋ ਉਹਨਾਂ ਨੇ ਇੱਕ ਇੱਕ ਕਰਕੇ ਇੱਦਾਂ ਬਣਾਉਂਦੇ ਗਏ। ਸੋ ਇੱਥੇ ਹੁਣ ਇਹਨਾਂ ਨੇ ਇੱਕ ਡਿਫਰੈਂਟ ਏਰੀਆ ਬਣਾ ਦਿੱਤਾ ਹੈ ਜਿੱਥੇ ਕਿ ਅਸੀਂ ਕਦੀ ਚਨੇ ਉਗਾਉਂਦੇ ਹਾਂ, ਕਦੀ ਮੇਥੀ ਜਾਂ ਕੁਛ ਵੀ ਜਿਹੜਾ ਵੀ ਸਾਡਾ ਸੀਜ਼ਨ ਦਾ ਪ੍ਰੋਜੈਕਟ ਹੁੰਦਾ। ਸੋ ਉੱਪਰ ਵੀ ਤੁਸੀਂ ਜੇ ਦੇਖੋਗੇ ਇਸ ਤਰ੍ਹਾਂ ਹੀ ਉਹਨਾਂ ਨੇ ਨਾ ਇੱਥੇ ਸਟੈਪਸ ਵੀ ਤਿਆਰ ਕੀਤੇ। ਸੋ ਆਹ ਜਿਹੜੇ ਸਟੈਪ, ਕਿਉਂਕਿ ਹੁਣ ਆਈ ਡੋਂਟ ਨੋ ਇਫ ਯੂ ਗਾਈਜ਼ ਨੋ ਹਿਮ ਔਰ ਨਾਟ, ਦੋਜ਼ ਆਫ ਯੂ ਜਿਹੜੇ ਉਹਨਾਂ ਨੂੰ ਨਹੀਂ ਆਲਰੇਡੀ ਜਾਣਦੇ। ਸੋ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ ਮੇਰੇ ਫਾਦਰ ਇਨ ਲਾ ਦੀ ਇੱਕ ਹੀ ਲੱਤ ਹੈ, ਉਹ ਹੈਂਡੀਕੈਪਡ ਪਰਸਨ ਹੈ। ਉਹਨਾਂ ਦੀ ਇੱਕ ਲੱਤ ਕਾਫੀ ਸਾਲ ਪਹਿਲਾਂ ਐਕਸੀਡੈਂਟ ਦੇ ਵਿੱਚ ਕੱਟੀ ਗਈ ਸੀ। ਸੋ ਉਹਦੇ ਤੋਂ ਬਾਅਦ ਉਹਨਾਂ ਨੇ ਉਹ ਕੰਮ ਨਹੀਂ ਕਰਦੇ ਸੀ, ਘਰ ਹੀ ਰਹਿੰਦੇ ਸੀ। ਸੋ ਉਹਨਾਂ ਨੇ ਆਪਣੇ ਵਾਸਤੇ ਇੱਕ ਪ੍ਰੋਜੈਕਟ ਲੱਭ ਲਿਆ, ਯਾਨੀ ਕਿ ਸੋ ਅਸੀਂ ਉਸ ਟਾਈਮ 'ਤੇ ਸਾਰੇ ਹੀ ਉਹਨਾਂ ਨੂੰ ਬਹੁਤ ਰੋਕਦੇ ਸੀ ਕਿ ਨਹੀਂ ਤੁਸੀਂ ਨਾ ਕਰੋ ਨਾ ਕਰੋ। ਸੋ ਕਈ ਵਾਰ ਤਾਂ ਉਹ ਡਿੱਗ ਵੀ ਜਾਂਦੇ ਸੀ, ਲਾਈਕ ਕੁਛ ਇੱਕ ਕਿਤੇ ਕੰਮ ਕਰਦੇ ਕਰਦੇ ਕੋਈ ਪੱਥਰ ਫਿਸਲ ਗਿਆ, ਉਹ ਸਲਿੱਪ ਹੋ ਜਾਂਦੇ ਸੀ। ਬਟ ਦੈਨ ਹੀ ਇਜ਼ ਅ ਵੈਰੀ ਸਟਰੋਂਗ ਮੈਨ ਫੋਰ ਸ਼ੋਰ। ਸੋ ਉਹ ਗਿਵ ਅਪ ਨਹੀਂ ਕਰਦੇ ਸੀ, ਉਹਨਾਂ ਨੂੰ ਸੀ ਕਿ ਨਹੀਂ ਮੈਂ ਕਰਨਾ। ਸੋ ਸਭ ਦੀ ਆਬਵੀਅਸਲੀ ਡੈਡੀ ਦੇ ਨਾਲ ਲੜਾਈ ਵੀ ਹੁੰਦੀ ਸੀ ਕਿ ਤੁਸੀਂ ਨਾ ਕਰੋ ਕਿਉਂ ਕਰਦੇ ਹੋ। ਸੋ ਉਸ ਟਾਈਮ 'ਤੇ ਅਸੀਂ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਸੀ, ਕਿਉਂਕਿ ਸਾਨੂੰ ਸਭ ਨੂੰ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਇਸ ਚੀਜ਼ ਦੀ ਕੋਈ ਲੋੜ ਨਹੀਂ ਹੈਗੀ, ਡੈਡੀ ਬਿਨਾਂ ਵਜ੍ਹਾ ਇੰਨੀ ਪ੍ਰੋਬਲਮ ਵਿੱਚ ਫਸਦੇ ਹੈ। ਸੋ ਆਬਵੀਅਸਲੀ ਸਾਰੇ ਕੰਸਰਨ ਸੀ ਕਿ ਹੀ ਇਜ਼ ਅ ਹੈਂਡੀਕੈਪਡ ਪਰਸਨ, ਵਾਈ ਹੀ ਇਜ਼ ਡੂਇੰਗ ਦੈਟ। ਅਤੇ ਹੁਣ ਉਹਨਾਂ ਦਾ ਹਮੇਸ਼ਾ ਉਦੋਂ ਕਹਿਣਾ ਹੁੰਦਾ ਸੀ ਕਿ ਤੁਸੀਂ ਹੁਣ ਮੇਰਾ ਕੰਮ ਰੈਕਗਨਾਈਜ਼ ਨਹੀਂ ਕਰਦੇ, ਜਦੋਂ ਮੈਂ ਮਰ ਗਿਆ ਨਾ ਤਾਂ ਤੁਸੀਂ ਫਿਰ ਸੋਚਿਆ ਕਰੋਗੇ। ਅਤੇ ਵੀ ਯੂਜ਼ ਟੂ ਟੀਜ਼ ਦੈਮ ਕਿ ਹਾਂ ਡੈਡੀ ਤੁਹਾਡੀ ਅਸੀਂ ਨਾ ਉਸ ਦਰੱਖਤ 'ਤੇ ਕਿਤੇ ਵੀ ਫੋਟੋ ਲਗਾ ਦਾਂਗੇ, ਲਾਈਕ ਵੀ ਨੈਵਰ ਟੁਕ ਹਿਮ ਸੀਰੀਅਸਲੀ। ਸੋ ਜਦੋਂ ਹਰ ਸਾਲ ਬੀਤਦਾ ਗਿਆ ਉਹ ਹੋਰ ਕੰਮ ਕਰਦੇ ਰਹੇ। ਸੋ ਉਹਨਾਂ ਨੇ ਇਹ ਸਭ ਜਿਹੜਾ ਕਿ ਅਕੰਪਲਿਸ਼ ਕਰ ਲਿਆ ਹੌਲੀ ਹੌਲੀ। ਸੋ ਜਿੱਥੇ ਵੀ ਨਾ ਕੋਈ ਵੀ ਸਟੈਪਸ ਲਿਆ ਕੇ ਜਿੱਦਾਂ ਇੱਥੇ ਲਗਾ ਦਿੰਦੇ ਸੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਣਾ ਉੱਪਰ ਜਾਣ ਦਾ ਇੱਕ ਰਸਤਾ ਬਣਾ ਲਿਆ, ਕਿਉਂਕਿ ਉਹਨਾਂ ਦੇ ਇੱਥੇ ਕੰਮ ਕਰਨਾ ਸਟਾਰਟ ਕਰਨ ਤੋਂ ਪਹਿਲਾਂ ਇਹ ਬਿਲਕੁਲ ਹੀ ਇੱਕ ਜੰਗਲ ਸੀ। ਸੋ ਇਹ ਸਾਰੀ ਹੀ ਜਗ੍ਹਾ ਹੈ ਨਾ ਜਿਹੜੀ ਵੀ ਤੁਸੀਂ ਦੇਖ ਰਹੇ ਹੋ, ਇਹ ਸਭ ਇੱਕ ਜੰਗਲ ਸੀ। ਈਵਨ ਆ ਗਾਰਡਨ ਹੈ ਨਾ, ਇਹ ਵੀ ਇੱਕ ਜੰਗਲ ਸੀ। ਸੋ ਇਹ ਅਸੀਂ ਜਦੋਂ ਇਹ ਘਰ ਲਿਆ ਉਸ ਤੋਂ ਬਾਅਦ ਅਸੀਂ ਸਾਰੇ ਹੀ ਜੋ ਵੀ ਟਰੀਜ਼ ਨੇ ਕਟਵਾਏ ਨੇ।
ਸੋ ਆਬਵੀਅਸਲੀ ਜਦੋਂ ਹੁਣ ਟਰੀਜ਼ ਕਟਵਾਉਣੇ ਹੁੰਦੇ ਸੀ ਉਦੋਂ ਵੀ ਬੜੀ ਪ੍ਰੋਬਲਮ ਆਉਂਦੀ ਸੀ ਕਿ ਮੇਰੇ ਫਾਦਰ ਇਨ ਲਾ ਦੀ ਥਿੰਕਿੰਗ ਸੀ ਕਿ ਇਹ ਸਾਰਾ ਜੰਗਲ ਹੈ, ਇਹ ਸਭ ਨੂੰ ਸਾਫ਼ ਕਰਵਾ ਦਿਓ, ਟਰੀਜ਼ ਕਟਵਾ ਦਿਓ। ਪਰ ਜਿਹੜੇ ਏਰੀਆ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਇੱਥੇ ਥੋੜ੍ਹਾ ਐਕਸਪੈਂਸਿਵ ਹੋ ਜਾਂਦਾ ਹੈ। ਸੋ ਮੇਰੇ ਫਾਦਰ ਇਨ ਲਾ ਦਾ ਕਹਿਣਾ ਸੀ ਕਿ ਸਾਰੇ ਇਕੱਠੇ ਹੀ ਟਰੀਜ਼ ਕਟਵਾ ਦਿਓ, ਪਰ ਮੇਰੇ ਉਦੋਂ ਹਸਬੈਂਡ ਅਗਰੀ ਨਹੀਂ ਕਰਦੇ ਸੀ ਕਿ ਨਹੀਂ, ਜਿਨ੍ਹਾਂ ਦੀ ਲੋੜ ਹੈ ਜਾਂ ਜਿਹੜੇ ਸਾਡੇ ਘਰ ਦੇ ਉੱਪਰ ਨੂੰ ਲੱਗਦੇ ਆ ਅਸੀਂ ਉਹੀ ਕਟਵਾਵਾਂਗੇ, ਜਿਨ੍ਹਾਂ ਦਾ ਥੋੜ੍ਹਾ ਡੇਂਜਰ ਹੈ ਕਿ ਘਰ ਦੇ ਉੱਤੇ ਨਾ ਡਿੱਗ ਜਾਣ। ਸੋ ਉਹਨਾਂ ਨੇ ਥੋੜ੍ਹਾ ਇੱਕ ਇੱਕ ਕਰਕੇ ਕਟਵਾਇਆ, ਜਿਹਦੇ ਕਰਕੇ ਕਿ ਸਾਨੂੰ ਥੋੜ੍ਹਾ ਐਕਸਪੈਂਸਿਵ ਵੀ ਪਿਆ। ਸੋ ਯਾਨੀ ਕਿ $1000s ਲੱਗੇ ਆ ਸਾਡੇ ਇਹ ਸਾਰੇ ਟਰੀਜ਼ ਕਟਵਾਉਣ ਨੂੰ। ਸੋ ਆਹ ਸਾਰੀ ਹੀ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਉੱਥੇ ਸਭ ਟਰੀਜ਼ ਸੀ। ਸੋ ਉਹ ਵੀ ਸਭ ਕਟਵਾਏ ਅਸੀਂ। ਅਤੇ ਫਿਰ ਚਲੋ ਬਾਅਦ ਵਿੱਚ ਮੇਰੇ ਫਾਦਰ ਇਨ ਲਾ ਦੀ ਮਿਹਨਤ ਦੇ ਨਾਲ ਇਹ ਸਾਰੀ ਜਿਹੜੀ ਹੈ ਕਿ ਜ਼ਮੀਨ ਤਿਆਰ ਹੋ ਗਈ। ਸੋ ਉਸ ਤੋਂ ਬਾਅਦ ਅਸੀਂ ਇੱਥੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਜਿਹੜੀ ਸਾਰੀ ਜਗ੍ਹਾ ਹੈ ਇਹ ਤਾਂ ਉਹਨਾਂ ਨੂੰ ਹਰ ਸਾਲ ਹੀ ਕਰਨਾ ਪੈਂਦਾ ਸੀ ਨਾ। ਉਹ ਇੱਕ ਏਰੀਆ ਪਿਕ ਕਰ ਲੈਂਦੇ ਸੀ ਅਤੇ ਉੱਥੋਂ ਉਹਨਾਂ ਨੇ ਆਪਣੇ ਪੱਥਰ ਕੱਢਣੇ ਸ਼ੁਰੂ ਕਰ ਦੇਣੇ, ਫਿਰ ਸੈਕਿੰਡ ਏਰੀਆ ਪਿਕ ਕਰ ਲੈਣਾ, ਥਰਡ ਕਰ ਲੈਣਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰੇ ਹੀ ਇੱਥੇ ਸਟੈਪਸ ਦੀ ਹੈਲਪ ਨਾਲ ਉਹਨਾਂ ਨੇ ਉੱਪਰ ਜਾਂਦੇ ਗਏ ਅਤੇ ਇੱਥੇ ਸਾਰੇ ਜਿੱਥੋਂ ਉਹਨਾਂ ਨੇ ਜਿਹੜੇ ਪੱਥਰ ਕੱਢੇ ਆ ਨਾ ਉੱਥੇ ਹੀ ਉਹਨਾਂ ਨੂੰ ਪੱਥਰਾਂ ਨੂੰ ਪਲੇਸ ਕਰਦੇ ਗਏ। ਬਸ ਇਸ ਤਰ੍ਹਾਂ ਕਰਕੇ ਉਹਨਾਂ ਨੇ ਇਹ ਸਾਰੀ ਹੀ ਚੀਜ਼ ਤਿਆਰ ਕਰ ਲਈ। ਸੋ ਉਦੋਂ ਕੀ ਸੀ ਕਿ ਕੋਈ ਵੀ ਡੈਡੀ ਨੂੰ ਹੈਲਪ ਚਾਹੀਦੀ ਹੁੰਦੀ ਸੀ ਨਾ ਕਿਸੇ ਦੀ ਵੀ, ਲਾਈਕ ਮੇਰੇ ਹਸਬੈਂਡ ਦੀ ਜਾਂ ਮੇਰੇ ਬ੍ਰਦਰ ਇਨ ਲਾ ਦੀ, ਅਤੇ ਕੋਈ ਵੀ ਡੈਡੀ ਦੀ ਹੈਲਪ ਨਹੀਂ ਕਰਦਾ ਸੀ। ਸਾਰੇ ਡੈਡੀ ਨੂੰ ਇਹੀ ਕਹਿੰਦੇ ਸੀ ਕਿ ਨਹੀਂ, ਇਹ ਫਾਲਤੂ ਦਾ ਕੰਮ ਹੈ, ਸਾਡੇ ਕੋਲ ਟਾਈਮ ਨਹੀਂ ਹੈਗਾ। ਕਿਉਂਕਿ ਉਹ ਜਦੋਂ ਜਿਹੜੇ ਛੋਟੇ ਪੱਥਰ ਹੈ ਉਹ ਤਾਂ ਕੱਢ ਲੈਂਦੇ ਸੀ, ਪਰ ਜਦੋਂ ਵੱਡੇ ਪੱਥਰਾਂ ਦੀ ਗੱਲ ਆਉਂਦੀ ਸੀ ਨਾ ਤੇ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਸੀ ਸੈਕਿੰਡ ਪਰਸਨ ਦੀ। ਸੋ ਉਦੋਂ ਕਦੀ ਤਾਂ ਕੋਈ ਹੈਲਪ ਕਰ ਦਿੰਦਾ ਸੀ, ਕਦੀ ਕੋਈ ਨਹੀਂ ਕਰਦਾ ਸੀ। ਸੋ ਉਹਨਾਂ ਨੇ ਇਹ ਸਭ ਆਪਣੀ ਖੁਦ ਦੀ ਮਿਹਨਤ ਦੇ ਨਾਲ ਹੀ ਕੀਤਾ ਹੈ। ਅੱਜ ਤੁਸੀਂ ਇਹ ਸਭ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਇੱਕ ਨੋਰਮਲ ਪਰਸਨ ਵਾਸਤੇ ਹੀ ਬਹੁਤ ਔਖਾ ਹੈ, ਪਰ ਜੇ ਤੁਸੀਂ ਹੈਂਡੀਕੈਪਡ ਹੋ, ਤੁਹਾਡੀ ਇੱਕ ਲੈਗ ਹੈ ਤੁਹਾਡੀ, ਅਤੇ ਉਹਨਾਂ ਨੇ ਦੂਸਰੀ ਉਹਨਾਂ ਦੀ ਲੱਤ ਜਾਣੀ ਕਿ ਪ੍ਰੋਸਥੈਟਿਕ ਲੈਗ ਹੈ, ਸੋ ਜਿਹੜੀ ਦੂਸਰੀ ਲੱਤ ਲਗਾਈ ਹੁੰਦੀ ਹੈ ਉਹਦੀ ਹੈਲਪ ਦੇ ਨਾਲ ਹੀ ਉਹ ਵਾਕ ਕਰਦੇ ਹੈ। ਸੋ ਆਬਵੀਅਸਲੀ ਇੱਕ ਲੱਤ ਵਾਲੇ ਪਰਸਨ ਦੀ ਤਾਂ ਬਹੁਤ ਜ਼ਿਆਦਾ ਇਹ ਮਿਹਨਤ ਹੈ। ਸਪੈਸ਼ਲੀ ਆਹ ਪੱਥਰ ਦੇਖੋ ਤੁਸੀਂ, ਆ ਕਿੱਡਾ ਵੱਡਾ ਹੈ। ਇਹ ਵੀ ਉਹਨਾਂ ਨੇ ਇੱਥੋਂ ਜ਼ਮੀਨ ਵਿੱਚੋਂ ਹੀ ਕੱਢਿਆ। ਸੋ ਅਸੀਂ ਤਾਂ ਇੱਥੇ ਉੱਪਰ ਤੱਕ ਵੈਸੇ ਹੀ ਕੰਮ ਹੀ ਕਰਨ ਆਉਂਦੇ ਹਾਂ ਅਤੇ ਸਾਨੂੰ ਸਾਹ ਚੜ੍ਹ ਜਾਂਦਾ, ਅਤੇ ਉਹਨਾਂ ਨੇ ਇਹ ਸਾਰੇ ਜਿਹੜੇ ਪੱਥਰ ਹੈ ਜ਼ਮੀਨ ਦੇ ਵਿੱਚੋਂ ਕੱਢੇ ਹੈ, ਅਤੇ ਉਹਨਾਂ ਨੂੰ ਇੱਕ ਦਿਨ ਲੱਗ ਜਾਂਦਾ ਸੀ ਇੱਕ ਪੱਥਰ ਕੱਢਣ ਨੂੰ। ਅਤੇ ਆਹ ਦੇਖੋ ਤੁਸੀਂ, ਆਹ ਕਿੰਨੇ ਪੱਥਰ ਉਹਨਾਂ ਨੇ ਕੱਢੇ ਹੈ। ਆਹ ਦੇਖੋ ਤੁਸੀਂ ਕਿੰਨਾ ਵੱਡਾ ਪੱਥਰ ਹੈ। ਸੋ ਦ ਰੀਜ਼ਨ ਆਮ ਸ਼ੇਅਰਿੰਗ ਆਲ ਦੈਟ ਵਿਦ ਯੂ ਇਜ਼, ਮੈਨੂੰ ਲੱਗਾ ਕਿ ਇਹ ਉਹਨਾਂ ਦਾ ਬਹੁਤ ਹੀ ਹਾਰਡ ਵਰਕ ਸੀ ਜਿਹੜਾ ਕਿ ਰੈਕਗਨਾਈਜ਼ ਹੋਣਾ ਚਾਹੀਦਾ ਹੈ। ਸੋ ਰਾਈਟ ਨਾਓ ਇੱਥੇ ਨਹੀਂ ਹੈਗੇ, ਉਹ ਨਿਊਯਾਰਕ ਵਿੱਚ ਰਹਿ ਰਹੇ ਹੈ, ਅਤੇ ਜਦੋਂ ਵੀ ਇੱਥੇ ਸਾਨੂੰ ਹੁਣ ਵਿਜ਼ਿਟ ਕਰਨ ਆਉਣਗੇ ਨਾ ਮੈਂ ਤੁਹਾਨੂੰ ਉਹਨਾਂ ਦੇ ਨਾਲ ਜ਼ਰੂਰ ਮਿਲਾਵਾਂਗੀ। ਸੋ ਬਸ ਮੈਂ ਇਹੀ ਤੁਹਾਡੇ ਨਾਲ ਸਭ ਸ਼ੇਅਰ ਕਰਨਾ ਚਾਹੁੰਦੀ ਸੀ, ਕੁਛ ਇੱਕ ਮੂਵਮੈਂਟਸ। ਹੁਣ ਜਿਸ ਤਰ੍ਹਾਂ ਇੱਥੇ ਹੈ ਨਾ, ਉਹਨਾਂ ਨੇ ਇਹ ਸਾਰੇ ਜਿਹੜੇ ਪੱਥਰ ਹੈ ਉਹ ਸਾਈਡ 'ਤੇ ਲਗਾ ਦਿੱਤੇ, ਅਤੇ ਇੱਥੇ ਜਿੱਥੇ ਉਹ ਜ਼ਿਆਦਾ ਜਗ੍ਹਾ ਬਣਾ ਸਕਦੇ ਸੀ ਉੱਥੇ ਉਹਨਾਂ ਨੇ ਜ਼ਿਆਦਾ ਜਗ੍ਹਾ ਬਣਾ ਦਿੱਤੀ। ਸੋ ਇਹਦੇ ਵਿੱਚ ਉਹਨਾਂ ਨੇ ਲਗਾਤੇ ਫਰੂਟਸ ਦੇ ਟਰੀ, ਪੀਚ ਟਰੀ ਹੈ ਸਾਡੇ ਲੱਗਾ ਹੋਇਆ, ਐਪਲ ਟਰੀ, ਬਲੂਬੈਰੀਜ਼ ਦੇ ਟਰੀਜ਼। ਸੋ ਜਿੱਦਾਂ ਉਹਨਾਂ ਨੂੰ ਜਿੱਥੇ ਸਪੇਸ ਮਿਲੀ ਨਾ ਉਹਨਾਂ ਨੇ ਟਰੀਜ਼ ਲਗਾਤੇ, ਅਤੇ ਸਾਈਡ 'ਤੇ ਲਗਾਤੇ ਜਿਵੇਂ ਫਲਾਵਰਸ ਵਗੈਰਾ। ਉਹ ਹੁਣ ਅੱਗੇ ਜਿਸ ਤਰ੍ਹਾਂ ਮੌਸਮ ਥੋੜ੍ਹਾ ਠੀਕ ਹੋਏਗਾ ਨਾ, ਸੋ ਸਾਰੇ ਆਪ ਹੀ ਉਹ ਫੁੱਲ ਵਗੈਰਾ ਵੀ ਨਿਕਲ ਆਉਣਗੇ। ਰਾਈਟ ਨਾਓ ਤੇ ਸਪਰਿੰਗ ਸਟਾਰਟ ਹੀ ਹੋਈ ਹੈ, ਅਤੇ ਹਜੇ ਤੱਕ ਤੁਹਾਨੂੰ ਤੇ ਪੱਤੇ ਵੀ ਨਹੀਂ ਨਜ਼ਰ ਆ ਰਹੇ। ਸੋ ਲੇਟਰ ਔਨ ਮੈਂ ਸਾਰੀ ਤੁਹਾਨੂੰ ਗਾਰਡਨ ਦੀ ਲੁੱਕ ਦਿਖਾਵਾਂਗੀ ਇਨ ਦਾ ਸਮਰ ਟੂ। ਹੁਣ ਮੈਂ ਜਦ ਤੁਹਾਨੂੰ ਉੱਪਰੋਂ ਇਹ ਨੀਚੇ ਦੀ ਲੁੱਕ ਦਿਖਾਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਥੱਲੇ ਜਾਣਾ ਹੀ ਥੋੜ੍ਹਾ ਮੁਸ਼ਕਿਲ ਹੈ। ਸੋ ਇਮੈਜਿਨ ਕਰੋ ਜਿਸ ਬੰਦੇ ਨੇ ਇਹ ਸਾਰਾ ਬਣਾਇਆ ਹੈ, ਸਾਰਾ ਇਹਨੂੰ ਤਿਆਰ ਕੀਤਾ ਹੈ, ਇਟਸ ਲਾਟਸ ਆਫ ਹਾਰਡ ਵਰਕ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਲਾਈਕ ਹੌਲੀ ਉੱਪਰ ਥੱਲੇ ਜਾਂਦਿਆਂ ਇਹ ਸਾਰੀ ਹੀ ਜਿਹੜੀ ਹੈ ਜ਼ਮੀਨ ਇਹ ਤਿਆਰ ਕਰ ਲਈ ਹੈ। ਸੋ ਉੱਪਰ ਵਾਲਾ ਤਾਂ ਉਹਨਾਂ ਦਾ ਹਾਰਡ ਵਰਕ ਸੀ। ਇਹ ਪ੍ਰੋਜੈਕਟ ਇੱਦਾਂ ਦਾ ਸੀ ਜੋ ਹਰ ਸਾਲ ਚੱਲਦਾ ਹੀ ਰਹਿੰਦਾ ਸੀ। ਸੋ ਲਾਈਕ 11 ਸਾਲ ਹੋ ਗਏ ਆ ਇਹ ਇੱਦਾਂ ਹੀ ਚੱਲਦਾ ਰਿਹਾ। ਹਜੇ ਤੱਕ ਵੀ ਸਟਿਲ ਅਸੀਂ ਸਮਾਨ ਕੁਛ ਨਾ ਕੁਛ ਲਿਆਉਂਦੇ ਰਹਿੰਦੇ ਹਾਂ ਕਿ ਇਹ ਕਰਨਾ ਜਾਂ ਉਹ ਕਰਨਾ। ਸੋ ਇਹ ਕੰਟੀਨਿਊਡ ਵਰਕ ਹੈ ਜਿਹੜਾ ਕਿ ਹਰ ਸਾਲ ਸਾਨੂੰ ਕੁਛ ਨਾ ਕੁਛ ਇਹਦੇ ਵਿੱਚ ਕਰਨਾ ਹੀ ਪੈਂਦਾ ਹੈ। ਜਿੱਦਾਂ ਕਿ ਹੁਣ ਆਹ ਜਗ੍ਹਾ ਹੈ ਨਾ, ਇਹ ਬਹੁਤ ਥੋੜ੍ਹੀ ਡੀਪ ਜਗ੍ਹਾ ਸੀ
ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡੇ ਵੱਡੇ ਆ ਪੱਥਰ ਨਿਕਲੇ ਸੀ। ਸੋ ਇੱਥੇ ਮੇਰੇ ਫਾਦਰ ਇਨ ਲਾ ਨੇ ਕੀ ਕੀਤਾ ਕਿ ਇਹਨੂੰ ਸਾਈਡ ਤੋਂ ਨਾ ਥੋੜ੍ਹਾ ਇੱਕ ਇਹਦੀ ਬਾਉਂਡਰੀ ਜੀ ਬਣਾ ਕੇ ਸੋ ਇਹਦੇ ਵਿੱਚ ਸਾਰੇ ਲੀਵਸ ਡੰਪ ਕਰਨੇ ਸਟਾਰਟ ਕਰਤੇ। ਸੋ ਇਹ ਏਰੀਆ ਉਹਨਾਂ ਨੇ ਸੈਟਅਪ ਕਰ ਲਿਆ ਸੀ ਕਿ ਕੁਛ ਵੀ ਡੰਪ ਕਰਨ ਵਾਸਤੇ। ਸੋ ਬਾਕੀ ਸਾਰੀ ਜਗ੍ਹਾ ਅਸੀਂ ਯੂਜ਼ ਕਰਦੇ ਹਾਂ ਸਬਜ਼ੀਆਂ ਵਗੈਰਾ ਲਗਾਉਣ ਵਾਸਤੇ। ਤੇ ਆਹ ਇੱਕ ਏਰੀਆ ਉਹਨਾਂ ਨੇ ਚੂਜ਼ ਕਰ ਲਿਆ ਸੀ ਜਿਸ ਦੇ ਸਾਰੇ ਲੀਵਸ ਵਗੈਰਾ ਅਸੀਂ ਡੰਪ ਕਰ ਸਕਦੇ ਹਾਂ ਕਿਉਂਕਿ ਪ੍ਰੀਟੀ ਡੀਪ ਹੈ ਏਰੀਆ ਹੈ। ਹੁਣ ਕੀ ਹੈ ਕਿ ਇਹ ਸਭ ਕੀਤੇ ਹੋਏ ਨੂੰ ਵੀ ਜਾਂ ਕਰਦਿਆਂ ਨੂੰ ਵੀ ਕਾਫੀ ਸਾਲ ਹੋ ਗਿਆ ਹੈ। ਸੋ ਓਵਰ ਟਾਈਮ ਕੀ ਹੋਇਆ ਹੈ ਕਿ ਜਿਹੜੇ ਆ ਸਟੋਨਸ ਹੈ ਨਾ, ਇਹਨਾਂ ਵਿੱਚੋਂ ਥੋੜ੍ਹੀ ਜਿਹੜੀ ਮਿੱਟੀ ਹੈ ਨਾ ਉਹ ਨਿਕਲਣੀ ਸ਼ੁਰੂ ਹੋ ਗਈ। ਸੋ ਇਹ ਸਭ ਨੂੰ ਹੁਣ ਥੋੜ੍ਹੀ ਜਿਹੀ ਰਿਪੇਅਰ ਦੀ ਜ਼ਰੂਰਤ ਹੈ। ਸੋ ਅਸੀਂ ਉਹ ਪਲਾਨ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹਨੂੰ ਇਹ ਸਭ ਚੀਜ਼ ਨੂੰ ਪ੍ਰੀਜ਼ਰਵ ਕੀਤਾ ਜਾਵੇ, ਕਿਸ ਤਰ੍ਹਾਂ ਇਹਨੂੰ ਸਹੀ ਮੇਨਟੇਨੈਂਸ ਇਹਦੀ ਕਰਕੇ ਇਹਨੂੰ ਸਹੀ ਤਰੀਕੇ ਨਾਲ ਰੱਖਿਆ ਜਾਵੇ। ਸੋ ਅਸੀਂ ਇਹ ਬਸ ਹੁਣ ਸਟੈਪਸ ਵਗੈਰਾ ਲਿਆਂਦੇ ਆ। ਸੋ ਅਸੀਂ ਇੱਥੇ ਵੀ ਨਵੇਂ ਸਟੈਪਸ ਤਿਆਰ ਕਰ ਦਾਂਗੇ। ਐਟ ਦੈਟ ਟਾਈਮ ਮੇਰੇ ਫਾਦਰ ਇਨ ਲਾ ਨੇ ਤੇ ਚਲੋ ਉਹਨਾਂ ਕੋਲ ਜੋ ਵੀ ਸੋਰਸਿਸ ਸੀ, ਇਕਵਿਪਮੈਂਟ ਸੀ, ਉਹ ਯੂਜ਼ ਕਰਕੇ ਉਹਨਾਂ ਨੇ ਆਪਣੇ ਚੱਲਣ ਵਾਸਤੇ ਥੋੜ੍ਹੇ ਸਟੈਪਸ ਬਣਾ ਲਏ ਸੀ ਜਾਂ ਬੱਚਿਆਂ ਵਾਸਤੇ ਬਣਾ ਲਏ ਸੀ। ਸੋ ਹੁਣ ਇਹ ਸਭ ਚੀਜ਼ ਨੂੰ ਥੋੜ੍ਹੀ ਜਿਹੀ ਦੁਬਾਰਾ ਰਿਪੇਅਰ ਦੀ ਜ਼ਰੂਰਤ ਹੈ। ਨਵੇਂ ਸਟੈਪਸ ਅਸੀਂ ਇੱਥੇ ਸਭ ਬਣਾਵਾਂਗੇ। ਸੋ ਮੇਰੇ ਫਾਦਰ ਇਨ ਲਾ ਦਾ ਕੀ ਸੀ ਕਿ ਉਹ ਕੋਈ ਵੀ ਸਮਾਨ ਨਾ, ਜਿੱਦਾਂ ਜੇ ਕੋਈ ਚੀਜ਼ ਖਰਾਬ ਵੀ ਹੋ ਜਾਂਦੀ ਸੀ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਡੀ ਫੈਂਸ ਹੈ ਨਾ, ਪਰ ਇਹਦੇ ਵਿੱਚ ਜਿਹੜੇ ਪੋਲਸ ਜਿਹੜੇ ਲੱਗੇ ਹੋਏ ਆ ਉਹ ਉਹਨਾਂ 'ਤੇ ਪੇਂਟ ਨਹੀਂ ਹੋਇਆ, ਲਾਈਕ ਉਹ ਵੁੱਡ ਹੀ ਹੈ। ਸੋ ਇਹ ਕੀ ਹੋਇਆ ਸੀ ਕਿ ਸਾਡੇ 2-3 ਸਾਲ ਪਹਿਲਾਂ ਨਾ ਇੱਕ ਸਟੋਰਮ ਆਇਆ ਸੀ, ਉਹਦੇ ਨਾਲ ਇਹ ਥੋੜ੍ਹੀ ਫੈਂਸ ਜਿਹੜੀ ਨਾ ਹਿਲ ਗਈ ਸੀ। ਸੋ ਡੈਡੀ ਨੇ ਕੀ ਕੀਤਾ ਕਿ ਜਿਹੜੇ ਪੁਰਾਣੇ ਪੋਲਸ ਸੀ ਉਹ ਸੁੱਟਣ ਨਹੀਂ ਦਿੱਤੇ, ਉਹ ਸਭ ਡੈਡੀ ਨੇ ਰੱਖ ਲਏ ਸੀ। ਅਤੇ ਉਹ ਸਭ ਕਿ ਅਸੀਂ ਉਦੋਂ ਵੀ ਸਾਰੇ ਕਹਿੰਦੇ ਸੀ ਕਿ ਤੁਸੀਂ ਕਿਉਂ ਰੱਖਦੇ ਹੋ ਕਿਉਂਕਿ ਸਾਨੂੰ ਵੀ ਇੰਨੀ ਸਮਝ ਨਹੀਂ ਸੀ ਹੈਗੀ ਕਿ ਕੀ ਕਰਨਾ ਹੈ, ਗੰਦ ਹੈ, ਖਲਾਰਾ ਹੈ। ਸੋ ਉਹਨਾਂ ਨੇ ਕੀ ਕੀਤਾ ਕਿ ਫਿਰ ਉਹ ਸਾਰੇ ਪੋਲਸ ਨੇ ਨਾ ਜਿਹੜੇ ਇੱਥੇ ਲਗਾ ਦਿੱਤੇ। ਆਬਵੀਅਸਲੀ ਉਹਨਾਂ ਦੇ ਪਹਿਲਾਂ ਹੀ ਦਿਮਾਗ ਵਿੱਚ ਸੀ ਕਿ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਯੂਜ਼ ਕਰ ਸਕਦਾ। ਸੋ ਉਹਨਾਂ ਨੇ ਇਹ ਸਾਰੇ ਜਿਹੜੇ ਪੋਲਸ ਹੈ ਨਾ ਇੱਥੇ ਲਗਾ ਦਿੱਤੇ। ਅਤੇ ਜਿੱਥੇ ਲਾਈਕ ਫਿਰ ਦੁਬਾਰਾ ਜੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀ, ਜਿਸ ਤਰ੍ਹਾਂ ਹੁਣ ਆਹ ਲੱਕੜ ਹੈ, ਇਸ ਤਰ੍ਹਾਂ ਉਹ ਅਟੈਚ ਕਰ ਦਿੰਦੇ ਸੀ। ਸੋ ਲਾਸਟ ਈਅਰ ਇੱਥੇ ਨਾ ਥੋੜ੍ਹੇ ਜਿਹੜੇ ਐਨੀਮਲਸ ਵਗੈਰਾ ਹੈ ਉਹਨਾਂ ਦੀ ਵੀ ਬੜੀ ਪ੍ਰੋਬਲਮ ਹੁੰਦੀ ਹੈ, ਉਹ ਆ ਜਾਂਦੇ ਆ ਸਬਜ਼ੀਆਂ ਨੂੰ ਖਾ ਜਾਂਦੇ ਆ। ਸੋ ਇਸ ਤਰ੍ਹਾਂ ਆਹ ਜਾਲੀ ਵਗੈਰਾ ਇੱਥੇ ਜਿਵੇਂ ਲਗਾਈ ਹੋਈ ਆ ਆਲਰੇਡੀ, ਆਈ ਡੋਂਟ ਨੋ ਇਫ ਯੂ ਕੈਨ ਸੀ ਇਟ। ਸੋ ਇਸ ਤਰ੍ਹਾਂ ਕਰਕੇ ਜਿੱਦਾਂ ਵੀ ਉਹਨਾਂ ਨੂੰ ਸਮਾਨ ਮਿਲਦਾ ਸੀ ਨਾ, ਉਹ ਇੱਥੇ ਥੋੜ੍ਹਾ ਆਹ ਲਗਾ ਦਿੱਤਾ, ਕਿਤੇ ਕੁਛ ਲਗਾ ਦਿੱਤਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰਾ ਹੀ ਆਹ ਏਰੀਆ ਜਿਹੜਾ ਇਹ ਕਵਰ ਕੀਤਾ ਹੋਇਆ ਹੈ ਐਨੀਮਲਸ ਤੋਂ। ਸੋ ਜਿੱਥੇ ਉਹਨਾਂ ਨੂੰ ਜੋ ਵੀ ਮਿਲਦਾ ਸੀ ਨਾ ਉੱਥੇ ਉਹ ਲਗਾ ਦਿੰਦੇ ਸੀ। ਕਿਉਂਕਿ ਜਿੱਦਾਂ ਹੁਣ ਇੱਥੇ ਸਕੁਐਰਲ ਵਗੈਰਾ, ਗਾਲੜ ਵਗੈਰਾ, ਉਹ ਕੀ ਕਰਦੇ ਆ ਕਿ ਉੱਤੋਂ ਵੀ ਟੱਪ ਕੇ ਆ ਜਾਂਦੇ ਆ। ਸੋ ਇੱਥੇ ਅਸੀਂ ਲਾਸਟ ਈਅਰ ਆਹ ਵਾਲੀ ਇੱਥੇ ਜਾਲੀ ਲਗਾਈ ਹੈ। ਸੋ ਮੈਂ ਗਾਰਡਨਿੰਗ ਲਾਸਟ ਈਅਰ ਹੀ ਸਟਾਰਟ ਕੀਤੀ ਹੈ ਕਿਉਂਕਿ ਲਾਸਟ ਈਅਰ ਉਹ ਚਲ ਗਏ ਸੀ ਮੇਰੇ ਬ੍ਰਦਰ ਇਨ ਲਾ ਕੋ ਨਿਊਯਾਰਕ। ਹੁਣ ਉਹ ਰਾਈਟ ਨਾਓ ਨਿਊਯਾਰਕ ਵਿੱਚ ਹੀ ਨੇ। ਸੋ ਉਸ ਤੋਂ ਪਹਿਲਾਂ ਤਾਂ ਮੇਰਾ ਕੋਈ ਗਾਰਡਨਿੰਗ ਵਿੱਚ ਇੰਨਾ ਰੋਲ ਨਹੀਂ ਸੀ ਹੈਗਾ। ਮੈਂ ਤਾਂ ਬਸ ਉਹਨਾਂ ਨੂੰ ਉਹੀ ਜੋ ਵੀ ਹੈ ਆਪਣਾ ਪਾਣੀ ਧਾਣੀ ਪੁੱਛਣਾ ਜਾਂ ਕਿੱਦਾਂ ਹੈ ਉਹੀ ਕਰਦੀ ਸੀ ਸਭ। ਅਤੇ ਬਾਕੀ ਮੇਰੀ ਮਦਰ ਇਨ ਲਾ ਹੈ, ਉਹ ਉਹਨਾਂ ਦੀ ਮੇਰੇ ਫਾਦਰ ਇਨ ਲਾ ਦੀ ਹੈਲਪ ਕਰਦੇ ਸੀ, ਜਿਵੇਂ ਸਬਜ਼ੀਆਂ ਵਗੈਰਾ ਬੀਜਣ ਵਿੱਚ, ਸਬਜ਼ੀਆਂ ਤੋੜ ਕੇ ਲੈ ਕੇ ਜਾਣੀਆਂ। ਮੇਰੇ ਤਾਂ ਬਸ ਕੰਮ ਹੁੰਦਾ ਸੀ ਬਸ ਬਣਾਉਣਾ ਸਬਜ਼ੀਆਂ ਨੂੰ, ਜਾਂ ਉਹਨਾਂ ਨੂੰ ਥੋੜ੍ਹਾ ਚਾਹ ਪਾਣੀ ਦਾ ਜੋ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਸੀ ਮੈਂ ਬਾਹਰ ਦੇ ਜਾਂਦੀ ਸੀ। ਬਾਕੀ ਮੈਂ ਗਾਰਡਨਿੰਗ ਦਾ ਕੋਈ ਕੰਮ ਨਹੀਂ ਕਰਦੀ ਸੀ, ਨਾ ਹੀ ਮੈਨੂੰ ਆਉਂਦਾ ਸੀ। ਸੋ ਇਹ ਸਭ ਮੈਂ ਲਾਸਟ ਈਅਰ ਆਪਣੇ ਹਸਬੈਂਡ ਦੇ ਨਾਲ ਕਰਨਾ ਸ਼ੁਰੂ ਕੀਤਾ ਜਦੋਂ ਉਹ ਇੱਥੋਂ ਚੱਲ ਗਏ ਆ। ਸੋ ਉਹ ਹੁਣ ਇਹ ਦੇਖ ਕੇ ਸਾਰੀ ਵੀਡੀਓ ਸਭ ਗੱਲਾਂ ਯਾਦ ਕਰਨਗੇ ਜੋ ਵੀ ਅਸੀਂ ਇਹਨਾਂ ਨੂੰ ਕਹਿੰਦੇ ਸੀ। ਸੋ ਇਹ ਏਰੀਆ ਜਿੱਥੇ ਅਸੀਂ ਲਾਸਟ ਈਅਰ ਕਰੇਲੇ ਬੀਜੇ ਸੀ। ਸੋ ਫਿਰ ਦੁਬਾਰਾ ਹੁਣ ਜਦੋਂ ਅਸੀਂ ਕਰੇਲੇ ਵਗੈਰਾ ਇੱਥੇ ਲਗਾਵਾਂਗੇ ਅਤੇ ਸਭ ਗਰੀਨ ਹੋ ਜਾਏਗਾ। ਮੈਂ ਤੁਹਾਨੂੰ ਸਾਰੀ ਪਿਕਚਰ ਦਿਖਾਵਾਂਗੀ। ਇਹ ਸਾਡੇ ਇਹ ਜਿਹੜੇ ਸੀ ਪਲਾਂਟਸ ਸੀ ਬਲੂਬੈਰੀਜ਼ ਦੇ, ਸਟ੍ਰਾਬੇਰੀ ਦੇ। ਸੋ ਇਸ ਤਰ੍ਹਾਂ ਕਰਕੇ ਸਾਰੀਆਂ ਸਬਜ਼ੀਆਂ ਅਸੀਂ ਇੱਥੇ ਬੀਜੀਆਂ ਹੋਈਆਂ ਸੀ। ਅਤੇ ਹੁਣ ਫਿਰ ਬਸ ਥੋੜ੍ਹੀ ਦੇਰ ਤੱਕ ਹੀ ਅਸੀਂ ਇਹਨਾਂ ਦੀ ਸਾਫ਼ ਸਫਾਈ ਕਰਕੇ ਨਾ ਫਿਰ ਅਸੀਂ ਸਭ ਲਗਾਉਣਾ ਸਟਾਰਟ ਕਰ ਦਾਂਗੇ। ਕਮਨਵੀਰ ਨੂੰ ਸ਼ੁਰੂ ਤੋਂ ਹੀ ਆਪਣੇ ਦਾਦੂ ਦੇ ਨਾਲ ਹੈਲਪ ਕਰਨਾ ਬੜੇ ਪਸੰਦ ਸੀ। ਇਹ ਡੈਡੀ ਦੇ ਨਾਲ ਆ ਕੇ ਇੱਥੇ ਹਮੇਸ਼ਾ ਮਿੱਟੀ ਦੇ ਵਿੱਚ ਖੇਡਦਾ ਸੀ। ਅਤੇ ਮੈਂ ਇਹਨੂੰ ਗੁੱਸੇ ਵੀ ਹੁੰਦੀ ਸੀ ਕਿ ਤੂੰ ਮਿੱਟੀ 'ਚ ਕਿਉਂ ਰਹਿੰਦਾ। ਇਹਨੂੰ ਆਪਣੇ ਦਾਦੂ ਦੇ ਨਾਲ ਕੰਮ ਕਰਨ ਦਾ ਬਹੁਤ ਹੀ ਸ਼ੌਂਕ ਸੀ। ਸੋ ਹੁਣ ਵੀ ਸਾਡੇ ਨਾਲ ਇਹ ਪੂਰੀ ਹੈਲਪ ਕਰਦਾ ਏ, ਕੋਈ ਵੀ ਸਬਜ਼ੀਆਂ ਉਗਾਉਣ ਵਿੱਚ ਜਾਂ ਸਬਜ਼ੀਆਂ ਜਦੋਂ ਹੋ ਜਾਂਦੀਆਂ ਉਹਨਾਂ ਨੂੰ ਤੋੜਨ ਵਿੱਚ ਜਾਂ ਬਣਾਉਣ ਵਿੱਚ ਵੀ। ਸੋ ਕਮਨਵੀਰ ਦਾ ਸ਼ੁਰੂ ਤੋਂ ਹੀ ਇੰਟਰਸਟ ਇਸ ਤਰ੍ਹਾਂ ਹੀ ਬਿਲਡ ਹੋਇਆ ਕਿਉਂਕਿ ਡੈਡੀ ਇੱਥੇ ਆਉਂਦੇ ਸੀ ਅਤੇ ਕੰਮ ਕਰਦੇ ਸੀ ਗਾਰਡਨ 'ਚ, ਅਤੇ ਇਹ ਵੀ ਆ ਜਾਂਦਾ ਸੀ ਛੋਟਾ ਹੁੰਦਾ। ਸਾਡੇ ਕੋਲ ਜਦੋਂ ਇੰਨਾ ਟਾਈਮ ਨਹੀਂ ਸੀ ਕਿਉਂਕਿ ਜੋਬ ਵੀ ਕਰਨੀ ਸੀ, ਬੱਚਿਆਂ ਨੂੰ ਵੀ ਦੇਖਣਾ ਸੀ, ਘਰ ਦਾ ਵੀ ਕੰਮ ਕਰਨਾ ਸੀ। ਸੋ ਡੈਡੀ ਦੀ ਥੋੜ੍ਹੀ ਪ੍ਰੋਬਲਮ ਹੋਣ ਕਰਕੇ ਉਹ ਕੋਈ ਘਰ ਹੀ ਰਹਿੰਦੇ ਸੀ ਨਾ।
ਸੋ ਫਿਰ ਕਰ ਲੈਂਦੇ ਸੀ, ਬਟ ਸਟਿਲ ਬਹੁਤ ਹੀ ਜ਼ਿਆਦਾ ਹਾਰਡ ਵਰਕ ਹੈ। ਜਦੋਂ ਹੁਣ ਅਸੀਂ ਕਰਦੇ ਨਾ ਸਾਨੂੰ ਪਤਾ ਲੱਗਦਾ, ਉਦੋਂ ਅਸੀਂ ਕਹਿੰਦੇ ਸੀ ਕਿ ਡੈਡੀ ਤੁਸੀਂ ਵਿਹਲੇ ਹੋ, ਤੁਸੀਂ ਤਾਂ ਕਰ ਲੈਂਦੇ ਹੋ, ਸਾਡੇ ਕੋਲ ਟਾਈਮ ਨਹੀਂ ਹੈਗਾ। ਪਰ ਹੁਣ ਟਾਈਮ ਹੁੰਦੇ ਹੋਏ ਵੀ ਆ ਕਰਨਾ ਸਭ ਕੋਈ ਈਜ਼ੀ ਨਹੀਂ ਹੈਗਾ। ਸੋ ਜਸਟ ਥਿੰਕਿੰਗ ਆਲ ਦੈਟ, ਮੈਨੂੰ ਲੱਗਾ ਕਿ ਇਹ ਸਾਰਿਆਂ ਨਾਲ ਸ਼ੇਅਰ ਕਰਨਾ ਜ਼ਰੂਰੀ ਹੈ ਕਿ ਜਿਹੜੇ ਗਾਰਡਨ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਸਭ ਮੇਰੇ ਫਾਦਰ ਇਨ ਲਾ ਦਾ ਹਾਰਡ ਵਰਕ ਹੈ। ਸੋ ਇਹ ਸਾਰੀ ਹੀ ਡੈਡੀਕੇਸ਼ਨ ਜੋ ਹੈ ਇਸ ਗਾਰਡਨ ਦੀ ਹੋ ਜਾਂਦੀ ਹੈ ਮੇਰੇ ਫਾਦਰ ਇਨ ਲਾ ਨੂੰ। ਈਵਨ ਆ ਜਿਹੜਾ ਸਾਰਾ ਏਰੀਆ ਨਾ, ਜਿਹੜਾ ਰਾਈਟ ਨਾਓ ਤੁਹਾਨੂੰ ਬੜਾ ਫਲੈਟ ਦਿਸ ਰਿਹਾ, ਸੋ ਇਹ ਵੀ ਬਹੁਤ ਹੀ ਰੌਕੀ ਸੀ। ਸੋ ਇਹਦੇ ਵਿੱਚ ਵੀ ਛੋਟੇ ਛੋਟੇ ਰੌਕਸ ਸੀ ਅਤੇ ਜੜ੍ਹਾਂ ਵਗੈਰਾ ਬਹੁਤ ਸੀ। ਲਾਈਕ ਥੱਲੇ ਨਾ ਲੱਕੜੀ ਜਿਵੇਂ ਜੜ੍ਹਾਂ ਹੁੰਦੀਆਂ ਨੇ ਕਿਸੇ ਵੀ ਦਰਖਤ ਦੀਆਂ, ਉਹ ਬਹੁਤ ਜ਼ਿਆਦਾ ਸੀ। ਸੋ ਇਹ ਸਭ ਨੂੰ ਵੀ ਡੈਡੀ ਨੇ ਹੀ ਇਹਨੂੰ ਪਲੇਨ ਕੀਤਾ। ਇੱਕ ਇਹ ਜਿਹੜੀ ਜੋ ਵੀ ਆ ਥੋੜ੍ਹੀ ਜਗ੍ਹਾ ਬਣਾਈ ਹੈ ਨਾ, ਥੋੜ੍ਹੀ ਧਰਤੀ ਹੈ ਸਹੀ ਕੀਤੀ ਹੈ, ਇਹ ਡੈਡੀ ਨੇ ਇਹਦੇ ਵਿੱਚੋਂ ਵੀ ਥੋੜ੍ਹੀਆਂ ਜਿਹੜੀਆਂ ਜੜ੍ਹਾਂ ਨੇ ਜ਼ਮੀਨ ਦੇ ਵਿੱਚੋਂ ਕੱਢ ਕੇ ਨਾ, ਅਤੇ ਇਹਨੂੰ ਸਭ ਨੂੰ ਪਲੇਨ ਕੀਤਾ। ਹੁਣ ਤੁਸੀਂ ਤੁਰੋਗੇ ਜਾਂ ਸਬਜ਼ੀਆਂ ਅਸੀਂ ਉਗਾਉਂਦੇ ਹਾਂ, ਸਾਨੂੰ ਵਿੱਚ ਕੋਈ ਜੜ੍ਹਾਂ ਨਹੀਂ ਨਜ਼ਰ ਆਉਂਦੀਆਂ। ਅਤੇ ਜਦੋਂ ਤੁਸੀਂ ਗਾਰਡਨਿੰਗ ਕਰਨੀ ਹੁੰਦੀ ਹੈ ਨਾ, ਸੋ ਮੋਸਟ ਆਫ ਦਾ ਗਾਰਡਨਰਸ ਪ੍ਰੋਬੇਬਲੀ ਆਲਰੇਡੀ ਨੋ ਕਿ ਤੁਸੀਂ ਜਦੋਂ ਕੋਈ ਕਿਤੇ ਵੀ ਕੋਈ ਸਬਜ਼ੀਆਂ ਵਗੈਰਾ ਉਗਾਉਂਦੇ, ਜੇ ਥੱਲੇ ਕੋਈ ਜੜ੍ਹਾਂ ਵਗੈਰਾ ਹੋਣ, ਕੁਛ ਵੀ ਲੱਕੜੀਆਂ ਵਗੈਰਾ ਹੋਣ, ਤਾਂ ਤੁਹਾਡੀਆਂ ਸਬਜ਼ੀਆਂ ਨਹੀਂ ਉੱਥੇ ਉਗਦੀਆਂ। ਸੋ ਇੱਥੇ ਵੀ ਡੈਡੀ ਨੇ ਉਹ ਸਾਰੀ ਹੀ ਜਗ੍ਹਾ ਤਿਆਰ ਕੀਤੀ ਹੋਈ ਹੈ ਪਹਿਲਾਂ ਦੀ, ਇੱਥੇ ਹਾਰਡ ਵਰਕ ਕਰਕੇ, ਤਾਂ ਹੀ ਅਸੀਂ ਅੱਜ ਈਜ਼ੀਲੀ ਇੱਥੇ ਸਭ ਸਬਜ਼ੀਆਂ ਵਗੈਰਾ ਲਗਾ ਸਕਦੇ ਹਾਂ। ਸੋ ਗਾਇਜ਼, ਮੈਂ ਉਹਨਾਂ ਦਾ ਹਾਰਡ ਵਰਕ ਬਹੁਤ ਹੀ ਅਪਰੀਸ਼ੀਏਟ ਕੀਤਾ ਐਂਡ ਆਲਵੇਜ਼ ਹੀ ਕਰਦੀ ਹਾਂ। ਪਰ ਇਹੀ ਹੈ ਕਿ ਉਦੋਂ ਸਾਨੂੰ ਥੋੜ੍ਹਾ ਦੁੱਖ ਹੁੰਦਾ ਸੀ ਕਿ ਤੁਸੀਂ ਹਰਟ ਨਾ ਹੋ ਜਾਓ, ਕਿਉਂਕਿ ਉਹਨਾਂ ਵਾਸਤੇ ਔਖਾ ਸੀ ਇਹ ਸਭ ਕਰਨਾ। ਪਰ ਅੱਜ ਅਸੀਂ ਸਾਰੇ ਬਹੁਤ ਹੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ। ਦੈਨ ਪਲੀਜ਼ ਮੈਨੂੰ ਵੀ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਐਂਡ ਆਪਣੇ ਕਮੈਂਟਸ ਲਿਖ ਕੇ ਦੱਸਿਓ ਵਟ ਯੂ ਹੈਵ ਟੂ ਸੇ ਅਬਾਊਟ ਇਟ, ਤੁਹਾਡਾ ਇਸ ਚੀਜ਼ ਬਾਰੇ ਕੀ ਮੰਨਣਾ ਹੈ। ਸੋ ਸੀ ਯੂ ਗਾਈਜ਼ ਵਿਦ ਅਨਦਰ ਵੀਡੀਓ।